ਪ੍ਰੋਬਲਮ ਦੇ ਨਾਲ ਜਦੋਂ ਕੁਝ ਵਿਦਿਆਰਥਣਾਂ ਜੂਝਦੀਆਂ ਨੇ ਜਾਂ ਫਿਰ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜਦੋਂ ਹੋਰ ਤਮਾਮ ਐਲਾਨ ਹੋਣਾ ਸਹੀ ਹੈ ਜਾਂ ਨਹੀਂ, ਕਿਉਂਕਿ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਅਦਾਰੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਤੁਸੀਂ ਮਹੀਨੇ ਦੇ ਵਿੱਚ ਜਿਹੜੀ ਕੁੜੀਆਂ ਨੇ ਉਹ ਇੱਕ ਛੁੱਟੀ ਲੈ ਸਕਦੀਆਂ ਨੇ, ਭਾਵ ਇੱਕ ਸਮੈਸਟਰ ਦੇ ਵਿੱਚ 7 ਛੁੱਟੀਆਂ ਉਹਨਾਂ ਨੂੰ ਅਲਾਟ ਕੀਤੀਆਂ ਗਈਆਂ। huge relief and I think ये होना ही चाहिए और even PU सिर्फ PU ही क्यों हर जगह ही ये चीज़ लागू होनी चाहिए क्योंकि एक दिन तो एटलीस्ट फीमेल्स को दे दिया जाना चाहिए क्योंकि ਫੀਮੇਲ ਮੈਂਬਰ ਹੈ ਨਾ ਉਹ ਇੱਕ ਮਰਦ ਹੋ ਕੇ ਵੀ ਔਰਤਾਂ ਦੀ ਬਿਮਾਰੀ ਨੂੰ ਇੰਨੀ ਚੰਗੀ ਤਰੀਕੇ ਨਾਲ ਸਮਝ ਰਹੇ ਨੇ ਤੇ ਉਹਨਾਂ ਨੇ ਬੱਚਿਆਂ ਦੇ ਵਾਸਤੇ ਛੁੱਟੀ ਦਾ ਐਲਾਨ ਕੀਤਾ ਕਿ ਤੁਸੀਂ ਲਓ ਪ੍ਰੋਵੀਜ਼ਨ ਹੈ ਨਾ, ਤੁਸੀਂ ਛੁੱਟੀ ਲਓ, ਉਸ ਦਿਨ ਰੈਸਟ ਕਰੋ ਹੈ ਨਾ। ਤੇ ਉੱਤੇ ਉਹ ਸਮ੍ਰਿਤੀ ਇਰਾਨੀ ਜਿਹੜੀ ਜਿਸ ਤਰੀਕੇ ਦੇ ਨਾਲ ਬੋਲਦੇ ਨੇ, ਇਹ ਦੋਵਾਂ ਚੀਜ਼ਾਂ ਨੂੰ ਤੁਹਾਡਾ ਕੀ ਟੇਕ ਹੈ? अपना टेक है, सबको डिस्मिनोरिया नहीं है लेकिन मोस्टली विमेन जो है उनको डिस्मिनोरिया होता है। इसको दूसरे तरीके से देखिए, या तो आप एक फ़ीमेल को एक्स्ट्रा लीव दे दो, आप उसको टैग मत करो दैट दिस इज़ योर पीरियड लीव ओनली कि फिर वो सुई चुभ गया मुझे यहाँ दर्द हो रहा है, मैं जब तक आपको बताऊँगी नहीं तो आपको पता कैसे चलेगा? एज सिंपल एज दैट। तो इसीलिए अभी लोगों को अवेयरनेस है, लोगों को पता लग रहा है, इसलिए लोग सपोर्टिव भी हैं और हैंस प्रूव DPC का डिसीजन सही है। ये थोड़े बड़े लेवल पे जाना चाहिए। आई थिंक सिर्फ PU नहीं, आई थिंक ये ऑल ओवर इंडिया। ਔਰਤਾਂ ਨੂੰ ਹਰ ਮਹੀਨੇ ਇੱਕ ਬਿਮਾਰੀ ਦੇ ਨਾਲ ਜੂਝਣਾ ਪੈਂਦਾ ਹੈ, ਐਵੇਂ ਲੋਕ ਕਹਿੰਦੇ ਨੇ। ਤੇ ਜਦੋਂ ਉਹ ਕਿਸੇ ਅਦਾਰੇ ਤੋਂ ਛੁੱਟੀ ਦੀ ਗੁਜ਼ਾਰਿਸ਼ ਕਰਦੇ ਨੇ, ਅਜਿਹੇ ਦੇ ਵਿੱਚ ਉਹਨਾਂ ਨੂੰ ਇਹ ਕਰਾਰ ਦਿੱਤਾ ਜਾਂਦਾ ਹੈ ਕਿ ਇਹ ਤਾਂ ਸਾਰੇ ਬਹਾਨੇ ਨੇ। ਚਾਹੇ ਉਹ BJP ਦੀ ਵੱਡੀ ਪ੍ਰਵਕਤਾ ਸਮ੍ਰਿਤੀ ਇਰਾਨੀ ਦਾ ਬਿਆਨ ਕਿਉਂ ਨਾ ਹੋਵੇ, ਜਿਸ ਤਰੀਕੇ ਦੇ ਨਾਲ ਉਹ ਸੰਸਦ ਦੇ ਵਿੱਚ ਬੋਲਦੇ ਨੇ ਕਿ ਕੋਈ ਛੁੱਟੀ ਦੀ ਜ਼ਰੂਰਤ ਨਹੀਂ ਹੈ, ਪਰ ਅਜਿਹੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ VC ਦਾ ਇਹ ਐਲਾਨ ਕਿਤੇ ਨਾ ਕਿਸੇ ਵਿਦਿਆਰਥਣਾਂ ਨੂੰ ਇੰਝ ਲੱਗਦਾ ਹੈ ਕਿ ਉਹ ਇਸ ਬਾਬਤ ਬੇਹੱਦ ਖੁਸ਼ ਨੇ। ਤੇ ਇਹ ਜੋ ਮੈਂਸਟ੍ਰੂਏਸ਼ਨ ਦੀ ਪ੍ਰੋਬਲਮ ਦੇ ਨਾਲ ਜਦੋਂ ਕੁਝ ਵਿਦਿਆਰਥਣਾਂ ਜੂਝਦੀਆਂ ਨੇ ਜਾਂ ਫਿਰ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜਦੋਂ ਹੋਰ ਤਮਾਮ ਆਪਣੀ ਹੀ ਕੁੜੀਆਂ ਸਾਥੀ ਦੇ ਨਾਲ ਮਿਲਦੀਆਂ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਦੀ ਫੀਡਬੈਕ ਮਿਲਦੀ ਹੈ ਤੇ ਕੀ ਇਹ ਛੁੱਟੀ ਦਾ ਐਲਾਨ ਹੋਣਾ ਸਹੀ ਹੈ ਜਾਂ ਨਹੀਂ, ਕਿਉਂਕਿ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਅਦਾਰੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਤੁਸੀਂ ਮਹੀਨੇ ਦੇ ਵਿੱਚ ਜਿਹੜੀ ਕੁੜੀਆਂ ਨੇ ਉਹ ਇੱਕ ਛੁੱਟੀ ਲੈ ਸਕਦੀਆਂ ਨੇ, ਭਾਵ ਇੱਕ ਸਮੈਸਟਰ ਦੇ ਵਿੱਚ 7 ਛੁੱਟੀਆਂ ਉਹਨਾਂ ਨੂੰ ਅਲਾਟ ਕੀਤੀਆਂ ਗਈਆਂ ਨੇ। ਤਾਂ ਇਸੇ ਨੂੰ ਲੈ ਕੇ ਅੱਜ ਚਰਚਾ ਕਰਾਂਗੇ, ਵਿਦਿਆਰਥਣਾਂ ਸਾਡੇ ਨਾਲ ਨੇ, ਇਹਨਾਂ ਤੋਂ ਇਸ ਉੱਤੇ ਟਿੱਪਣੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਹ ਮੁੱਦਾ ਸੰਸਦ ਤੱਕ ਗੂੰਜਿਆ। ਸੰਸਦ ਦੇ ਵਿੱਚ BJP ਦੀ ਪ੍ਰਵਕਤਾ ਬਹੁਤ ਚੰਗੇ, ਵੈਸੇ ਤਾਂ ਬਹੁਤ ਵਧੀਆ ਬੋਲਦੇ ਨੇ ਸਮ੍ਰਿਤੀ ਇਰਾਨੀ, ਪਰ ਜਿਸ ਤਰੀਕੇ ਦੇ ਨਾਲ ਔਰਤਾਂ ਦੇ ਪੱਖ ਦੇ ਵਿੱਚ ਨਾ ਆ ਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਕਹਿ ਸਕਦੇ ਹਾਂ ਕਿ ਨਾਰਾਜ਼ਗੀ ਜਿਹੜੀ ਹੈ ਕਿਤੇ ਨਾ ਕਿਤੇ ਵਿਮਨਸ ਨੇ ਜ਼ਾਹਿਰ ਕੀਤੀ। ਤੇ ਦੂਜੇ ਪਾਸੇ VC ਜੋ ਇੱਕ ਮੇਲ ਮੈਂਬਰ ਹੋਣ ਦੇ ਬਾਵਜੂਦ ਇਸ ਉੱਤੇ ਆਪਣੀ ਪੱਖ ਰੱਖਦੇ ਨੇ ਤੇ ਉਸ ਤੋਂ ਬਾਅਦ ਕੁੜੀਆਂ ਦੇ ਵਾਸਤੇ ਇਹ ਐਲਾਨ ਕਰਦੇ ਨੇ ਕਿ ਤੁਹਾਨੂੰ ਛੁੱਟੀ ਦੇਵਾਂਗੇ। ਕੀ कहना चाहूँगी? मैं ये कहना चाहूँगी कि ये काफ़ी अच्छा डिसीजन है क्योंकि उस टाइम एक कोई भी बायोलॉजिकल फ़ीमेल है, हर फीमेल के लिए काफ़ी स्ट्रेसफुल और पेनफुल प्रोसेस तो ये होता ही है। तो अगर उसमें बिकॉज़ क्योंकि एक हफ़्ता हर किसी के डेज़ डिफरेंट होते हैं, अगर किसी को एक हफ़्ता में पीरियड्स हैं और अगर सिर्फ एक दिन भी छुट्टी मिल रही है तो दैट इज़ अ ह्यूज रिलीफ एंड आई थिंक ये होना ही चाहिए। और इवन PU सिर्फ PU ही क्यों हर जगह ही ये चीज़ लागू होनी चाहिए क्योंकि एक दिन तो एटलीस्ट फीमेल्स को दे दिया जाना चाहिए क्योंकि फ़ीमेल वर्कफोर्स तभी इनकरेज होके आगे होके अपनी वर्कफोर्स बनाएंगी, इक्वली बनाएंगी और ज़्यादा बेटर रहेगा फ़ीमेल पार्टिसिपेशन के लिए। वरना वो फिर इतना ही डेटरेंस रहता है फ़ीमेल्स में कि हम जॉब भी कर रहे हैं, हम ये भी कर रहे हैं एंड हम अपने पीरियड्स में भी हैं, तो दिस इज़ अ रियली गुड स्टेप। ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ VC ਇੱਕ ਮੇਲ ਮੈਂਬਰ ਹੈ ਨਾ, ਉਹ ਇੱਕ ਮਰਦ ਹੋ ਕੇ ਵੀ ਔਰਤਾਂ ਦੀ ਬਿਮਾਰੀ ਨੂੰ ਇੰਨੀ ਚੰਗੀ ਤਰੀਕੇ ਨਾਲ ਸਮਝ ਰਹੇ ਨੇ ਤੇ ਉਹਨਾਂ ਨੇ ਬੱਚਿਆਂ ਦੇ ਵਾਸਤੇ ਛੁੱਟੀ ਦਾ ਐਲਾਨ ਕੀਤਾ ਕਿ ਤੁਸੀਂ ਲਓ ਪ੍ਰੋਵੀਜ਼ਨ ਹੈ ਨਾ, ਤੁਸੀਂ ਛੁੱਟੀ ਲਓ, ਉਸ ਦਿਨ ਰੈਸਟ ਕਰੋ ਹੈ ਨਾ। ਤੇ ਉੱਤੇ ਉਹ ਸਮ੍ਰਿਤੀ ਇਰਾਨੀ ਜਿਹੜੀ ਜਿਸ ਤਰੀਕੇ ਦੇ ਨਾਲ ਬੋਲਦੇ ਨੇ, ਇਹ ਦੋਵਾਂ ਚੀਜ਼ਾਂ ਨੂੰ ਤੁਹਾਡਾ ਕੀ ਟੇਕ ਹੈ? मेरे ख्याल से बहुत अच्छा टेक है जो यहाँ के VC ने लिया है। हर लेडी का अपना साइकिल है, अपना टेक है।
सबको डिस्मिनोरिया नहीं है, लेकिन मोस्टली विमेन जो हैं उनको डिस्मिनोरिया होता है। सो आई थिंक ये बहुत अच्छा टेक है। ਕੀ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਸਭ ਨੂੰ ਪਤਾ ਹੈ, ਸਾਰੀਆਂ ਕੁੜੀਆਂ ਨੂੰ ਜਿੰਨੀਆਂ ਵੀ ਦੇਖ ਰਹੀਆਂ ਨੇ, ਜਿੰਨੀਆਂ ਵੀ ਔਰਤਾਂ ਦੇਖ ਰਹੀਆਂ ਨੇ, ਕਈ ਦੱਸਦੀਆਂ ਨੇ ਵੋਕਲ ਹੋ ਕੇ, ਕਈ ਨਾਲ ਮੈਂ ਹੁਣ ਕੈਮਰੇ ਦੇ ਆਫ ਕੈਮਰਾ ਵੀ ਜਦੋਂ ਗੱਲ ਕੀਤੀ ਤਾਂ ਬਹੁਤਿਆਂ ਨੂੰ ਸ਼ਰਮ ਆ ਰਹੀ ਸੀ ਕਿ ਅਸੀਂ ਇਸ ਚੀਜ਼ ਉੱਤੇ ਡਿਸਕਸ਼ਨ ਕਰ ਹੀ ਨਹੀਂ ਸਕਦੇ। ਜਦੋਂ ਮੈਂ ਡਿਸਕਸ਼ਨ ਦੇ ਲਈ ਬੁਲਾਇਆ, ਕਹਿੰਦੇ ਸਾਡੇ ਤੋਂ ਵੈਸੇ ਪੁੱਛ ਲਓ, ਅਸੀਂ ਉੱਦਾਂ ਦੱਸ ਦਾਂਗੇ। ਹਾਂ, ਅੱਛੀ ਗੱਲ ਹੈ, ਅੱਛੀ ਅਨਾਉਂਸਮੈਂਟ ਵੀਸੀ ਨੇ ਕੀਤੀ ਹੈ, ਛੁੱਟੀ ਹੋਣੀ ਚਾਹੀਦੀ ਹੈ, ਰੈਸਟ ਮਿਲਣਾ ਚਾਹੀਦਾ ਐਂਡ ਆਲ ਦੈਟ, ਬਟ ਉਹ ਅੱਗੇ ਆ ਕੇ ਬੋਲ ਨਹੀਂ ਪਾਉਂਦੇ। ਔਰ ਇਹੀ ਚੀਜ਼ ਸਮ੍ਰਿਤੀ ਇਰਾਨੀ ਨੇ ਵੀ ਇੱਥੇ ਕਹੀ ਸੀ ਕਿ ਜਦੋਂ ਉਹ ਦਫ਼ਤਰ ਦੇ ਵਿੱਚ ਜਾਊਗੀ, ਦਫ਼ਤਰ ਦੇ ਵਿੱਚ ਪਤਾ ਚੱਲੂਗਾ ਕਿ ਉਹ ਪੀਰੀਅਡਸ ਦੇ ਕਰਕੇ ਛੁੱਟੀ ਲੈ ਰਹੀ ਹੈ, ਤਾਂ ਕਿਤੇ ਨਾ ਕਿਤੇ ਉਹਦੇ ਜਿਹੜੇ ਕਲੀਗਸ ਨੇ ਉਹਨੂੰ ਟਾਰਗੇਟ ਵੀ ਕਰ ਸਕਦੇ ਨੇ, मतलब ਉਹਦੇ ਨਾਲ कुछ गलत हरकत भी हो सकती है। देखो ये तो बात सही है, ये चीज़ होती भी है। अगर हम ग्राउंड रियलिटी देखें तो मेल और फीमेल्स में ये चीज़ होती है। अगर आप इसको ये चीज़ स्टिग्मेटाइज होने के बहुत अच्छे चांसेस हैं, और ये बहुत वैलिड पॉइंट है जो स्मृति ईरानी ने बोला है कि ये वैलिड पॉइंट है। बट अगर हम इसको दूसरे तरीके से देखें, या तो आप एक फ़ीमेल को एक्स्ट्रा लीव दे दो, आप उसको टैग मत करो दैट दिस इज़ योर पीरियड लीव ओनली, कि मैं पीरियड लीव अवेल करना चाहती हूँ। अगर आपकी कोई जो ऊपर HR है, मैनेजर है, वो फीमेल है, आप उन्हें डिस्क्लोज कर दो, ठीक है। दैट नीड नॉट बी डिस्क्लोज टू एवरीबडी। कुछ उसका मिडल पाथ निकाल के उसका सॉल्यूशन निकालना पड़ेगा, बट कम्प्लीटली डिनाई करना उसको ऑन जस्ट ऑफ ये बेसिस पे कि स्टिग्मेटाइज होंगी फीमेल्स को और वर्कफोर्स में कम आने दिया जाएगा, तो ऐसे तो फिर सारे ही प्रोविजंस हैं। मैटरनिटी एक्ट भी है, मैटरनिटी से 6 महीने जब फीमेल्स घर पे रहती हैं, तो वो सारी चीज़ें भी हैं। बट वो अगर प्रोविज़न वहाँ दिए गए हैं, फीमेल बॉडी डिफरेंट है तो उसके डिफरेंट नीड्स हैं कंप्लीट करने को। तो आप अगर कुछ भी है, अगर दूसरी जगहों पे पूरा दिन लीव नहीं दी जा सकती, अगर प्रोविज़न नहीं है, आप हाफ पे लीव कर दो, हाफ डे की लीव कर दो, कुछ भी ऐसा करा जा सकता है। मतलब दैट्स माइट है कि कोई ऑल्टरनेटिव हो रादर देन स्ट्रेट अवे उसको नेगलेक्ट करना और ये बोलना कि ये चीज़ एग्जिस्ट नहीं करती और सही नहीं रहेगी। ਦਿੱਕਤ ਕੀ ਆਉਂਦੀਆਂ ਹੁੰਦੀਆਂ ਮਹਿਲਾਵਾਂ ਨੂੰ, ਖਾਸ ਕਰਕੇ ਬੱਚੀਆਂ ਨੂੰ ਇਸ ਏਜ ਦੇ ਵਿੱਚ? क्रैम्प्स की बहुत इशू है, नॉट जस्ट स्टमक में बट हमारे लेग्स एंड ऑल, नोज़िया, बहुत वॉमिट भी करते हैं लोग, काफ़ी लड़कियाँ। तो पूरा साइकिल काफ़ी डिस्कम्फर्ट। ਕਹਿੰਦੇ ਨੇ ਜਦੋਂ ਨਾ ਕੋਈ ਸੂਈ ਵਿੱਚ ਚੁੱਭ ਜੇ ਨਾ, ਉਹਦਾ ਵੀ ਦਰਦ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਔਰ ਕੁੜੀਆਂ ਹੀ ਸਮਝ ਸਕਦੀਆਂ ਨੇ ਵੀ ਜਦੋਂ ਉਹ ਪੇਨ ਹੁੰਦਾ ਉਹਦੇ ਵਿੱਚ ਪਹਿਲੇ ਜਾਂ ਦੂਜੇ ਦਿਨ ਕਿੰਨਾ ਜ਼ਿਆਦਾ ਤੜਫਦੀਆਂ ਨੇ, ਹੈ ਨਾ। ਪਰ ਬਹੁਤੇ ਮਰਦ ਇਸ ਸਮਾਜ ਦੇ ਵਿੱਚ ਇੱਦਾਂ ਵੀ ਨੇ ਜਿਹੜੇ ਹੁਣ ਇਹ ਦਲੀਲਾਂ ਦਿੰਦੇ ਨੇ ਕਿ ਸਾਡੀ ਮਾਵਾਂ ਨੇ ਜਾਂ ਸਾਡੀਆਂ ਦਾਦੀਆਂ ਨੇ ਤਾਂ ਕਦੇ ਕੰਪਲੇਂਟ ਨਹੀਂ ਕੀਤੀ। ਤੁਹਾਨੂੰ ਵੀ ਸ਼ਾਇਦ ਆਪਣੇ ਦੋਸਤਾਂ ਮਿੱਤਰਾਂ ਤੋਂ ਜਾਂ ਫਿਰ ਹੋ ਸਕਦਾ ਕਿ ਘਰ ਦੇ ਵਿੱਚ ਵੀ ਤੁਹਾਡੀ ਮਾਵਾਂ ਤੋਂ, ਤੁਹਾਡੀ ਨੇੜੇ ਰਿਸ਼ਤੇਦਾਰਾਂ ਤੋਂ ਵੀ ਇਹ ਸੁਣਨ ਨੂੰ ਮਿਲਿਆ होवे। कौन बोलना चाहेगा दोनों से? मैं बताती हूँ। देखो ये चीज़ तो है, पहले फीमेल्स घर पे रहती थी, ठीक है, वो मेन चीज़ है। पहले तो सोशल मीडिया भी नहीं था ना। अभी आपके पास मेल्स को अवेयरनेस भी नहीं है, लोगों को अभी फीमेल की आवाज़ क्यों सुन रही है? क्योंकि सोशल मीडिया है, लोग अपने ओपिनियन को एक्सप्रेस कर रहे हैं। मैं ये जानना चाहती हूँ उन आदमियों से कि आपकी माँ की, अगर आपको यही पता है तो आपको तो शायद मेल्स को 25 साल तक तो ये भी नहीं पता होता कि जब तक उनकी खुद की वाइफ नहीं आती कि लड़कियों को पीरियड्स भी होते हैं, क्योंकि उनको पता ही नहीं होता ये चीज़ एग्जिस्ट भी करती है। तो आपकी माँ आपको थोड़ी ना एक्सप्लिसिटली बताएगी कि मेरे को ये प्रॉब्लम है। कोई मदर अपनी सफरिंग्स अपने बच्चे को नहीं बताती, शी ऑलवेज शोज़ हर हैप्पी फेस। तो ये मैं इस चीज़ पे कहना चाहूँगी कि अभी आप फीमेल्स इक्वल पार्टिसिपेशन में है, इक्वली आउट परफॉर्म भी कर रही हैं और अच्छा परफॉर्म कर रही हैं, तो इसीलिए उनका ओपिनियन मैटर भी कर रहा है, उनका ओपिनियन लोग सुन भी रहे हैं। सोशल मीडिया की वजह से भी बहुत सारी चीज़ें हैं और इसीलिए ही अवेयरनेस भी है। वरना मैं खुद ही जानना चाहूँगी कि 24-25 साल के किस लड़के को पहले पता होता था, पहले के टाइम में अगर हम देखें कि मेरी मदर को ये इशू है, मेरी दादी को ये इशू है, नोबडी। ਪਰ ਤੁਹਾਡੇ ਹੁਣ ਜਦੋਂ ਤੁਹਾਡੇ ਮੇਲ ਫਰੈਂਡਸ ਦੇ ਨਾਲ ਗੱਲਬਾਤ ਹੁੰਦੀ ਹੈ ਇਸ ਚੀਜ਼ ਦੇ ਬਾਰੇ, ਤਾਂ ਉਹਨਾਂ ਦਾ ਕੀ ਟੇਕ ਹੁੰਦਾ? ਉਹ ਕਿਸ ਤਰੀਕੇ ਦੇ ਨਾਲ ਇਸ ਪੂਰੇ ਸਿਨੈਰੀਓ ਨੂੰ ਦੇਖਦੇ ਨੇ? I think they are very supportive. Yeah, they are very supportive क्योंकि आजकल की जनरेशन they understand the problem और वो काफ़ी अपफ्रंट है इस चीज़ को लेके कि they provide us comfort and everything. ਮਤਲਬ ਇਹ ਆਪਾਂ ਕਹਿਣਾ ਗਲਤ ਨਹੀਂ ਹੋਏਗਾ ਕਿ ਪਹਿਲਾਂ ਜਿਸ ਨੂੰ ਟੈਬੂ ਸਮਝਿਆ ਜਾਂਦਾ ਸੀ ਉਹ ਨਹੀਂ ਹੈ। The scenario has changed मतलब a कॉलेज lot. स्टूडेंट ਦੇ ਵਿੱਚ ਖਾਸ ਤੌਰ ਤੇ, ਹੈ ਨਾ। देखो मैं यही बोलूँगी, जब तक आप बोलोगे नहीं मुझे दिक्कत है तो कोई सुनेगा भी नहीं। अब पहले किसी ने बोला ही नहीं तो लोगों को पता भी नहीं और लोगों ने सुना भी नहीं। ਬੜੀ ਬਹੁਤ ਸੋਹਣੀ ਗੱਲ ਕਹੀ ਤੁਸੀਂ अब ਕਿ जब ਪਹਿਲਾਂ ਕੋਈ बोल ਬੋਲੇ रहे हैं तभी तो पता लगेगा ना। अब मैं बोलूँगी कि भाई यहाँ मेरे को सुई चुभी है, मुझे यहाँ दर्द हो रहा है, मैं जब तक आपको बताऊँगी नहीं तो आपको पता कैसे चलेगा? एज सिंपल एज दैट। तो इसीलिए अभी लोगों को अवेयरनेस है, लोगों को पता लग रहा है, इसलिए लोग सपोर्टिव भी हैं और
ये और हैंस level प्रूव पे जाना डीवीसी का चाहिए। डिसीजन सही है। ये थोड़े बड़े लेवल पे जाना चाहिए। आई थिंक सिर्फ पीयू नहीं, आई थिंक ये ऑल ओवर इंडिया होना चाहिए। ਵੈਸੇ ਇੱਕ ਯੂਨੀਵਰਸਿਟੀ ਇੰਡੀਆ ਦੀ ਜੋ ਹੈ ਮੈਂ ਜ਼ਰੂਰ ਉਹਦਾ ਵੀ ਨਾਮ ਜਿਹੜਾ ਨੀਚੇ ਮੈਂਸ਼ਨ ਕਰੂੰਗੀ, ਉਹ ਯੂਨੀਵਰਸਿਟੀ ਨੇ ਸਭ ਤੋਂ ਪਹਿਲਾਂ ਜਿਹੜਾ ਇਹ ਲਾਗੂ ਕਰਨ ਵਾਲੀ ਯੂਨੀਵਰਸਿਟੀ ਬਣਦੀ ਹੈ। ਉਸ ਤੋਂ ਬਾਅਦ ਮੇਰੇ ਖਿਆਲ ਨਾਲ ਇਹ ਦੂਜੀ ਯੂਨੀਵਰਸਿਟੀ ਹੈ ਪੂਰੇ ਭਾਰਤ ਦੀ ਜਿਸ ਨੇ ਇਹ ਚੀਜ਼ ਲਾਗੂ ਕੀਤੀ ਹੈ। तो बहुत अच्छा स्टेप है बीइंग अ गवर्नमेंट यूनिवर्सिटी, आपको ये चीज़ दूसरी यूनिवर्सिटीज़ के लिए एक women, हाँ especially to prioritize women, to make them feel comfortable. एग्जैक्टली I think it's very important. गाइडलाइन है सबके लिए, गाइडलाइन रखी गई है और अच्छी, बहुत अच्छा एक ह्यूज स्टेप एंड परफेक्ट एग्जांपल कि ऐसे भी चीज़ें करी जा ਮਤਲਬ सकती ਇੱਕ ਵਾਰ ਸੈੱਟ ਕਰ ਦਿੱਤਾ ਹੈ ਨਾ ਯੂਨੀਵਰਸਿਟੀ ਨੇ ਆਪਣੇ ਆਪ ਦੇ ਵਿੱਚ ਦੱਸ ਦਿੱਤਾ ਵੀ ਤੁਹਾਨੂੰ ਜੇ ਮਹਿਲਾਵਾਂ ਨੂੰ ਜਾਂ ਔਰਤਾਂ ਦੀ ਦਿੱਕਤ ਨੂੰ ਸਮਝਣਾ, ਤੁਹਾਨੂੰ ਮਹਿਲਾ ਹੋਣ ਦੀ ਜ਼ਰੂਰਤ ਨਹੀਂ ਹੈ, है ना? हाँ, आप किसी भी जेंडर में रह के समझ सकते हो, क्योंकि दर्द समझने के लिए आपको जेंडर की ज़रूरत नहीं है। दर्द तो जानवर भी समझ लेगा ना। अगर हमारे पास कोई पेट होता है, हम अगर हमारा मूड ख़राब है या हम पेन में है, इवन डॉग या कैट अंडरस्टैंड्स एंड वो हमें एक्स्ट्रा कडल करते हैं, तो हम इंसानों के तो समझ ही सकते हैं। एज सिंपल एज दैट। ਤੁਸੀਂ ਕੁਝ ਕਹਿਣਾ ਹੁਣ ਇਸ ਦੇ ਉੱਤੇ? ਤੁਹਾਡੇ ਦੋਸਤ ਮਿੱਤਰ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਪਤਾ ਹੁੰਦਾ ਹੈ, ਜਾਂ ਤੁਹਾਡੇ ਪੇਰੈਂਟਸ ਨੂੰ, ਪਾਪਾ ਦੀ ਜੇ ਮੈਂ ਗੱਲ ਕਰਾਂ, ਪਤਾ ਹੁੰਦਾ हाँ, ਉਹ ਕਿੱਦਾਂ ਟਰੀਟ ਕਰਦੇ ਆ? नो दे आर एक्स्ट्रा कॉशियस उस टाइम पे कि ठीक है, हम देखो अभी पेरेंट्स का भी इतना होता है, हम एक्सप्लिसिटली तो बिल्कुल ही नहीं बोलते हैं, वी जस्ट से पापा पेट में दर्द हो रहा है, बट दे ਤੇ अंडरस्टैंड। ਉਹ ਸਮਝ ਜਾਂਦੇ। They do understand. ਤਾਂ ਚਲੋ ਇਹ ਕੁਝ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਟੇਕ ਹੈ ਇਸ ਉੱਤੇ ਕਿ ਬਿਲਕੁਲ ਬਹੁਤ ਅੱਛਾ ਇੱਕ ਬਾਰ ਸੈੱਟ ਕੀਤਾ ਹੈ ਵੀ ਹੋਰ ਅਦਾਰਿਆਂ ਨੂੰ ਵੀ, ਵਿਦਿਅਕ ਅਦਾਰਿਆਂ ਦੇ ਨਾਲ ਨਾਲ ਉਹਨਾਂ ਥਾਵਾਂ ਤੇ ਵੀ ਅਪਲਾਈ ਹੋਣਾ ਚਾਹੀਦਾ ਹੈ ਜਿੱਥੇ ਕੁੜੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ, ਚਾਹੇ ਉਹ ਕੋਈ ਕੰਮ ਕਰਨ ਵਾਲੀ ਸੰਸਥਾ ਕਿਉਂ ਨਹੀਂ ਹੈ ਜਾਂ ਫਿਰ ਕੋਈ ਸਰਕਾਰੀ ਜਗ੍ਹਾ ਕਿਉਂ ਨਹੀਂ ਹੈ, ਉੱਥੇ ਵੀ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਲਾਗੂ ਹੋਣੀਆਂ ਚਾਹੀਦੀਆਂ ਨੇ। ਤੁਹਾਡਾ ਇਸ ਬਾਬਤ ਕੀ ਖਿਆਲ ਹੈ? ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਬਾਕੀ ਸਾਰੀ ਅਪਡੇਟਸ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ।